प्यारे विद्यार्थियों ਅਤੇ ਅਧਿਆਪਕ ਸਾਹਿਬਾਨ, ਅਸੀਂ ਪਹਿਲੇ ਪਾਰਟ ਦੇ ਵਿੱਚ ਹਸਨਜ਼ ਅਟੈਂਡੈਂਸ ਪ੍ਰੋਬਲਮ ਦੀ ਸਮਰੀ ਕੀਤੀ। ਅੱਜ ਮੈਂ ਹਸਨ ਦੇ ਕਰੈਕਟਰ, ਸੁਧਾ ਮੂਰਤੀ ਦਾ ਕਰੈਕਟਰ ਅਤੇ ਇਸ ਪਾਠ ਦਾ ਥੀਮ ਕੀ ਹੈ ਇਸ ਬਾਰੇ ਤੁਹਾਨੂੰ ਦੱਸਾਂਗਾ। ਬੱਚਿਓ, ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਬਹੁਤ ਸਰਲ ਢੰਗ ਨਾਲ ਇਸ ਪਾਠ ਨੂੰ ਪੜ੍ਹਾਵਾਂ ਤਾਂ ਕਿ ਤੁਹਾਨੂੰ ਇਹ ਸਦੀਵੀ ਯਾਦ ਰਹੇ ਅਤੇ ਤੁਹਾਡੇ ਜੀਵਨ ਵਿੱਚ ਇੱਕ ਅਮਿੱਟ ਛਾਪ ਛੱਡ ਜਾਏ। ਇਸ ਲਈ ਮੈਂ ਇਸ ਲੈਸਨ ਨੂੰ 7 ਪਾਰਟਸ 'ਚ ਵੰਡਿਆ ਹੈ। ਆਈ ਹੈਵ ਡਿਵਾਈਡਡ ਦਿਸ ਚੈਪਟਰ ਇਨ 7 ਪਾਰਟਸ। 7 ਪੁਆਇੰਟਸ ਬਣਾਏ ਨੇ ਜਿਹੜੇ ਕਿ ਤੁਹਾਨੂੰ ਇਸ ਨੂੰ ਯਾਦ ਰੱਖਣ 'ਚ ਸਹਾਈ ਹੋਣਗੇ। ਪਹਿਲਾ ਹੈ ਫਿਜ਼ੀਕਲ ਅਪੀਅਰੈਂਸ ਆਫ ਹਸਨ। ਹਸਨ ਕਿਸ ਤਰ੍ਹਾਂ ਦੀ ਦਿੱਖ ਰੱਖਦਾ ਹੈ? ਹੀ ਇਜ਼ ਟਾਲ, ਹੈਂਡਸਮ, ਵਿਦ ਗੁੱਡ ਮੈਮਰੀ। ਉਹ ਲੰਬਾ ਹੈ, ਖੂਬਸੂਰਤ ਹੈ ਅਤੇ ਜ਼ਹੀਨ ਬੁੱਧੀਮਾਨ ਲੜਕਾ ਹੈ। ਸੈਕੰਡ ਪੁਆਇੰਟ ਹੈ ਐਜ਼ ਅ ਸਟੂਡੈਂਟ ਇਨ ਦ ਕਾਲਜ। ਐਜ਼ ਅ ਸਟੂਡੈਂਟ ਇਨ ਦ ਕਾਲਜ, Hassan does not appear regularly. He comes to college only during tests or exams. Hassan ਕਾਲਜ ਵਿੱਚ ਹਰ ਰੋਜ਼ ਆਉਣ ਵਾਲਾ ਵਿਦਿਆਰਥੀ ਨਹੀਂ, ਟੈਸਟ ਅਤੇ ਐਗਜ਼ਾਮਸ ਦੇ ਦੌਰਾਨ ਹੀ ਆਉਂਦਾ ਹੈ। He scores 60% ਮਾਰਕਸ। ਉਹ ਫਸਟ ਕਲਾਸ ਦੇ ਮਾਰਕਸ ਲੈ ਲੈਂਦਾ ਹੈ। 60% ਮਾਰਕਸ ਉਸਦੇ ਆ ਜਾਂਦੇ ਹਨ। ਤੀਸਰੇ ਪੁਆਇੰਟ ਦੇ ਵਿੱਚ ਹਸਨਜ਼ ਫੈਮਿਲੀ ਬੈਕਗਰਾਊਂਡ ਤੁਸੀਂ ਯਾਦ ਰੱਖਣਾ। ਹਸਨਜ਼ ਫੈਮਿਲੀ ਬੈਕਗਰਾਊਂਡ। ਹਿਸ ਫਾਦਰ ਵਾਜ਼ ਏ ਰਿਚ ਬਿਜ਼ਨਸਮੈਨ। ਉਸਦੇ ਪਿਤਾ ਜੀ ਇੱਕ ਅਮੀਰ ਵਪਾਰੀ ਸਨ। ਹਿਸ ਮਦਰ ਵਾਜ਼ ਹੋਮ ਮੇਕਰ। ਉਸਦੀ ਮਾਂ ਜਿਹੜੀ ਸੀ ਉਹ ਹਾਊਸ ਵਾਈਫ, ਜਿਸ ਨੂੰ ਅਸੀਂ ਹੋਮ ਮੇਕਰ ਕਹਿੰਦੇ ਹਾਂ, ਉਹ ਸੀ। ਹੀ ਵਾਜ਼ ਦਾ ਓਨਲੀ ਸਨ। ਉਹ ਆਪਣੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਸੀ। ਫੋਰਥ ਪੁਆਇੰਟ ਦੇ ਵਿੱਚ ਹਸਨ ਐਂਡ ਸੁਧਾ ਮੂਰਤੀ। ਸੁਧਾ ਮੂਰਤੀ ਕੰਸੀਡਰਡ ਹਿਮ ਬ੍ਰਿਲੀਅੰਟ ਚੈਪ ਵਿਦ ਗੁੱਡ ਹੈਬਿਟਸ, ਗੁੱਡ ਨੇਚਰ। ਸੁਧਾ ਮੂਰਤੀ ਉਸ ਨੂੰ ਇੱਕ ਪ੍ਰਤਿਭਾਸ਼ਾਲੀ ਛਾਤਰ ਦੇ ਰੂਪ ਵਿੱਚ ਦੇਖਦੀ ਹੈ, ਸ਼ਰੀਫ ਹੈ। ਬਟ ਸ਼ੀ ਇਜ਼ ਵਰਿਡ ਅਬਾਊਟ ਹਿਜ਼ ਐਬਸੈਂਟਸ। ਲੇਕਿਨ ਉਹ ਉਸਦੇ ਐਬਸੈਂਟੀਜ਼ ਤੋਂ ਬਹੁਤ ਹੀ ਦੁਖੀ ਹੈ। ਫਿਰ ਪੰਜਵੇਂ ਪੁਆਇੰਟ ਦੇ ਵਿੱਚ ਹੈ ਟੀਚਰ ਪੇਰੈਂਟਸ ਮੀਟਿੰਗ। ਟੀਚਰ ਪੇਰੈਂਟਸ ਮੀਟਿੰਗ ਦੇ ਵਿੱਚ ਮਦਰ ਔਰ ਫਾਦਰ ਨੂੰ ਸੁਧਾ ਮੂਰਤੀ ਬੁਲਾਉਂਦੀ ਹੈ। ਦੇ ਆਰ ਕਾਲਡ ਫॉर ਦਾ ਪੇਰੈਂਟਸ ਮੀਟਿੰਗ। ਸੁਧਾ ਮੂਰਤੀ ਆਪਣੀ ਪ੍ਰੋਬਲਮ ਦੱਸਦੀ ਹੈ ਕਿ ਵਾਟ ਇਜ਼ ਦਾ ਪ੍ਰੋਬਲਮ। ਪੇਰੈਂਟਸ, ਫਾਦਰ says he is a busy man. It is the duty of the mother to look after this boy and tame him. ਪਿਓ ਸਾਰਾ ਦਾ ਸਾਰਾ ਜਿਹੜਾ ਹੈ ਆਪਣੇ ਪਤਨੀ 'ਤੇ ਸੁੱਟ ਦਿੰਦਾ ਕਿ ਮੈਂ ਤਾਂ ਬਿਜ਼ੀ ਹਾਂ, ਬਹੁਤ ਕੰਮ ਹੈ ਮੈਨੂੰ, ਮੈਂ ਬਿਜ਼ਨਸਮੈਨ ਹੈ। ਔਰ ਮਾਂ ਦਾ ਫਰਜ਼ ਹੈ ਕਿ ਬੱਚੇ ਦੀ ਦੇਖਭਾਲ ਵੀ ਕਰਨਾ ਔਰ ਸੰਭਾਲ ਵੀ ਕਰਨਾ। ਮਦਰ ਵਾਜ਼ ਆਲ ਟੇਅਰਸ। ਮਾਂ ਰੋਂਦੀ ਹੈ। ਸਭ ਕੁਝ ਤੁਸੀਂ ਜਾਣਦੇ ਹੋ ਜਿਸ ਮੀਟਿੰਗ 'ਚ ਹੋਇਆ। ਮੀਟਿੰਗ ਵਾਜ਼ ਫੁਟਾਈਲ। ਮੀਟਿੰਗ ਬਿਲਕੁਲ ਜਿਹੜੀ ਹੈ ਅਸਫਲ ਰਹੀ। ਉਸ ਤੋਂ ਬਾਅਦ ਕੋਰਸ ਕਰ ਲੈਂਦਾ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਅਤੇ ਜੀਵਨ 'ਚ ਐਂਟਰੀ ਮਾਰ ਲੈਂਦਾ, ਇੱਕ ਜੋਬ ਕਰਦਾ ਸੇਲਜ਼ਮੈਨ ਦੀ। ਅਤੇ ਲਾਸਟ ਮੀਟਿੰਗ ਵਿਦ ਮੈਨ। ਲਾਸਟ ਮੀਟਿੰਗ ਵਿਦ ਮੈਨ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਇੱਕ 35 ਸਾਲ ਦਾ ਲੜਕਾ ਹੈ
35 ਸਾਲ ਦਾ ਅਧੇੜ ਹੈ, ਬਲਕਿ ਮੋਟਾ ਹੋ ਗਿਆ ਹੈ। ਉਸ ਦੇ ਚਿਹਰੇ 'ਤੇ ਲੇਜ਼ੀਨੈਸ ਜਿਹੜੀ ਹੈ ਸਾਫ਼ ਨਜ਼ਰ ਆਉਂਦੀ ਹੈ। ਲੇਕਿਨ ਹੀ ਇਜ਼ ਫੁੱਲ ਆਫ ਰਿਪੈਂਟੈਂਸ, ਪਛਤਾਪ ਨਾਲ ਭਰਿਆ ਹੋਇਆ। 7ਵਾਂ ਪੁਆਇੰਟ ਹੈ ਰਿਪੈਂਟੈਂਸ ਇਨ ਹਸਨ। ਉਹ ਕਹਿੰਦਾ ਹੈ ਕਿ ਮੈਂ ਆਈ ਵਾਜ ਨੋਟ ਰੈਗੂਲਰ, ਮੈਂ ਨਿਯਮਤ ਨਹੀਂ ਸੀ। ਆਈ ਵਾਜ ਨੋਟ ਡਿਸਿਪਲਿਨਡ, ਮੈਂ ਅਨੁਸ਼ਾਸਨ 'ਚ ਨਹੀਂ ਸੀ। ਆਈ ਵਾਜ ਨੋਟ ਪੰਕਚੁਅਲ, ਮੈਂ ਪੰਕਚੁਅਲ ਨਹੀਂ ਸੀ। ਡਿਊ ਟੂ ਦੀਜ਼ ਹੈਬਿਟਸ ਆਈ ਕੈਨ ਨੋਟ ਰਾਈਜ਼ ਇਨ ਲਾਈਫ। ਮੈਂ ਜ਼ਿੰਦਗੀ ਦੇ ਵਿੱਚ ਉਚਾਈ ਨਹੀਂ ਛੂ ਸਕਿਆ, ਉੱਪਰ ਨਹੀਂ ਉੱਠ ਸਕਿਆ, ਕਿਉਂਕਿ ਮੇਰੀ ਆਦਤਾਂ ਐਸੀ ਸੀ। ਮਾਂ ਪਿਓ ਨੇ ਬਾਰ-ਬਾਰ ਮੈਨੂੰ ਕਿਹਾ, ਪੇਰੈਂਟਸ ਐਡਵਾਈਜ਼ ਮੀ ਟਾਈਮ ਐਂਡ ਅਗੇਨ, ਆਈ ਡਿਡ ਨੋਟ ਲਿਸਨ them. So the habits which I inculcate, the habits which I was addicted to have given me such results. So ਬੱਚਿਓ, ਤੁਸੀਂ ਜੇਕਰ ਇਹ 7 ਪੁਆਇੰਟਸ ਯਾਦ ਕਰ ਲਓ ਤਾਂ ਤੁਹਾਨੂੰ ਇਹ ਚੈਪਟਰ ਨੂੰ ਸਮਝਣ 'ਚ ਔਰ ਹਮੇਸ਼ਾ ਲਈ ਯਾਦ ਰੱਖਣ ਦੇ ਵਿੱਚ ਪ੍ਰੋਬਲਮ ਨਹੀਂ ਪਏਗੀ। ਥੈਂਕ ਯੂ ਵੈਰੀ ਮੱਚ। ਹੁਣ ਅਸੀਂ ਜਿਹੜਾ ਹੈ ਹਸਨ ਦੇ ਕਰੈਕਟਰ ਬਾਰੇ ਗੱਲਬਾਤ ਕਰਦੇ ਹਾਂ। ਸੁਧਾ ਮੂਰਤੀ ਨੇ ਸਿਰਫ ਇੱਕ ਹੀ ਕਰੈਕਟਰ ਇਸ ਚੈਪਟਰ ਵਿੱਚ ਦਿੱਤਾ ਹੈ, ਜਿਸ 'ਤੇ ਸਭ ਤੋਂ ਵੱਧ ਆਪਣੀ ਲੇਖਣੀ ਦਾ ਪ੍ਰਯੋਗ ਕੀਤਾ ਹੈ, ਉਹ ਹੈ ਹਸਨ। ਬੱਚਿਓ, ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਹਸਨ ਦਾ ਕਰੈਕਟਰ ਲਿਖਣ ਦੇ ਵਿੱਚ ਔਰ ਤੁਹਾਡੇ ਨਾਲ ਡਿਸਕਸ ਕਰਨ ਦੇ ਵਿੱਚ ਬਹੁਤ ਹੀ ਸਿੰਪਲ ਇੰਗਲਿਸ਼ ਲੈਂਗੁਏਜ ਦਾ ਪ੍ਰਯੋਗ ਕਰਾਂ, ਤਾਂ ਕਿ ਤੁਹਾਨੂੰ ਕੋਈ ਵੀ ਡਿਫਿਕਲਟੀ ਨਾ ਹੋਏ ਯਾਦ ਕਰਨ ਦੇ ਵਿੱਚ ਔਰ ਤੁਹਾਨੂੰ ਇੰਗਲਿਸ਼ ਤੋਂ ਡਰ ਨਾ ਲੱਗੇ। ਬੱਚਿਓ, ਹਸਨ ਦੇ ਕਰੈਕਟਰ ਨੂੰ ਪੜ੍ਹਨ ਲੱਗਿਆਂ ਅਸੀਂ ਇਸ ਕੁਐਸਚਨ ਨੂੰ 3-4 ਢੰਗ ਨਾਲ ਪੜ੍ਹ ਸਕਦੇ ਹਾਂ। ਸਾਰਿਆਂ ਨੂੰ ਪਹਿਲਾ ਹੈ ਹਸਨ's ਕਰੈਕਟਰ। ਇਹ ਕੁਐਸਚਨ ਹਸਨ ਕਰੈਕਟਰ ਦੀ ਬਜਾਏ ਇੰਝ ਵੀ ਪੁੱਛਿਆ ਜਾ ਸਕਦਾ ਕਿ ਹਸਨ ਇਜ਼ ਅ ਲੈਸਨ ਟੂ ਅਸ। ਹਸਨ ਸਾਡੇ ਲਈ ਇੱਕ ਪਾਠ ਹੈ। ਹਸਨ ਇਜ਼ ਅ ਲੈਸਨ ਟੂ ਅਸ ਡਿਸਕਸ। ਜਾਂ ਇੰਝ ਵੀ ਇਸ ਨੂੰ ਪੁੱਛਿਆ ਜਾ ਸਕਦਾ ਹੈ, ਥਰੂ ਹਸਨ ਸੁਧਾ ਮੂਰਤੀ ਗਿਵਸ a strong message to us। ਹਸਨ ਦੁਆਰਾ ਸੁਧਾ ਮੂਰਤੀ ਸਾਨੂੰ ਇੱਕ ਬਹੁਤ ਸਸ਼ਕਤ ਮੈਸੇਜ ਦੇਣਾ ਚਾਹੁੰਦੀ ਹੈ। ਡਿਸਕਸ ਕਰੋ। ਬੱਚਿਓ, ਤੁਸੀਂ ਐਗਜ਼ਾਮ ਦੀ ਤਿਆਰੀ ਕਰਦੇ ਹੋ, ਇੱਕ ਕੁਐਸਚਨ ਤੁਸੀਂ ਯਾਦ ਕਰਦੇ ਹੋ, ਉਹ ਕਈ ਤਰੀਕੇ ਨਾਲ ਪੁੱਛਿਆ ਜਾਂਦਾ ਹੈ। ਉਹ ਤੁਹਾਡੇ ਜ਼ਿਹਨ 'ਚ ਹੋਣਾ ਚਾਹੀਦਾ ਵੀ ਇਹ ਕੁਐਸਚਨ ਕਿੰਨੇ ਢੰਗ ਨਾਲ ਪੁੱਛਿਆ ਜਾ ਸਕਦਾ। ਅਤੇ ਕਈ ਵਾਰ ਕੀ ਹੁੰਦਾ, ਇੱਕ ਕੁਐਸਚਨ ਦਾ ਮਟੀਰੀਅਲ ਦੂਜੇ ਕੁਐਸਚਨ 'ਚ ਫਿੱਟ ਕਰ ਦਈਦਾ ਹੈ। ਇਹ ਕਲਾ ਤੁਹਾਨੂੰ ਆਉਣੀ ਚਾਹੀਦੀ ਹੈ। ਸੋ ਮੈਂ ਬੜੇ ਸਰਲ ਭਾਸ਼ਾ ਦੇ ਵਿੱਚ, ਇਨ ਅ ਵੈਰੀ ਸਿੰਪਲ ਲੈਂਗੁਏਜ, ਆਈ ਹੈਵ ਡਿਪਿਕਟਡ ਦ ਕਰੈਕਟਰ ਆਫ ਹਸਨ। ਬੱਚਿਓ, ਹਸਨ ਇਜ਼ ਦ ਮੇਨ ਕਰੈਕਟਰ। ਦ ਹੋਲ ਸਟੋਰੀ ਮੂਵਸ ਅਰਾਊਂਡ ਦਿਸ ਕਰੈਕਟਰ। ਹਸਨ ਇਜ਼ ਦ ਮੇਨ ਕਰੈਕਟਰ। ਹਸਨ ਇੱਕ ਮੁੱਖ ਪਾਤਰ ਹੈ। ਦ ਹੋਲ ਸਟੋਰੀ ਮੂਵਸ ਅਰਾਊਂਡ ਦਿਸ ਕਰੈਕਟਰ। ਸਾਰੀ ਕਹਾਣੀ ਇਸ ਕਿਰਦਾਰ ਦੇ ਇਰਦ ਗਿਰਦ ਹੀ ਘੁੰਮਦੀ ਹੈ। ਕੋਈ ਵੀ ਪਾਤਰ ਐਡਾ ਵੱਡਾ ਨਹੀਂ। ਹੀ ਇਜ਼ ਅ ਸਟੂਡੈਂਟ ਆਫ ਸੁਧਾ ਮੂਰਤੀ ਦ ਰਾਈਟਰ। ਸੁਧਾ ਮੂਰਤੀ ਦਾ ਵਿਦਿਆਰਥੀ ਹੈ। ਹੀ ਸਟੱਡੀਜ਼ ਮਾਸਟਰ ਆਫ ਕੰਪਿਊਟਰ ਸਾਇੰਸ ਐਟ ਏ ਕਾਲਜ ਇਨ ਬੰਗਲੌਰ। ਉਹ ਬੈਂਗਲੌਰ ਦੇ ਕਾਲਜ ਦੇ ਵਿੱਚ ਕੰਪਿਊਟਰ ਸਾਇੰਸ ਦੀ ਮਾਸਟਰ ਡਿਗਰੀ ਵਿੱਚ ਪੜ੍ਹ ਰਿਹਾ ਹੈ। ਹੁਣ ਉਸ ਦੇ ਜਿਹੜਾ ਮੈਂ ਫਿਜ਼ੀਕਲ ਅਪੀਅਰੈਂਸ ਬਾਰੇ ਤੁਹਾਨੂੰ ਕਿਹਾ ਸੀ, ਇਹ ਕਰੈਕਟਰ ਵਿੱਚ ਵੀ ਆਉਂਦਾ ਹੈ, ਉਹ ਸਾਨੂੰ ਲਿਖਣਾ ਪਏਗਾ। ਹੀ ਇਜ਼ ਅ ਬ੍ਰਿਲੀਅੰਟ ਸਟੂਡੈਂਟ ਵਿਦ ਗੁੱਡ ਬ੍ਰੇਨ। ਉਹ ਪ੍ਰਤਿਭਾਸ਼ਾਲੀ ਵਿਦਿਆਰਥੀ ਹੈ ਔਰ ਉਸ ਦਾ ਦਿਮਾਗ ਬਹੁਤ ਅੱਛਾ ਹੈ। ਹੀ ਇਜ਼ ਟਾਲ ਐਂਡ ਹੈਂਡਸਮ। ਲੰਬਾ ਅਤੇ ਖੂਬਸੂਰਤ ਹੈ।
ही इज़ द ओनली सन ऑफ ए रिच बिजनेसमैन। अमीर व्यापारी का वो इकलौता बेटा है। हिज मदर इज़ ए हाउस मेकर। उसकी माँ एक हाउस वाइफ है। बच्चों, इस पूरे पैरे विच मैं जिहड़े वाकां का प्रयोग किया है बहुत ही सिंपल ने, तो इज़ का प्रयोग मैं किया है ही इज़ ब्रिलियंट, ही इज़ टॉल, ही इज़ हैंडसम, हाँ, ही इज़ ओनली सन। सो तुहानूं इसनूं याद करन लगियां कोई भी मुश्किल नहीं आनी चाहिए। बच्चों, इस तो बाद हसन बारे जो असीं कहांगे उसकी कमजोरी के बारे जो उसके करैक्टर दे विच जो उसकी हैबिट की कमजोरी है उस बारे मैं वर्णन किया है। वीकनेस इन हिम इज़ ही इज़ नॉट रेगुलर इन क्लास। ही अपीयर्स इन क्लास ओनली ड्यूरिंग टेस्ट्स एंड एग्जाम्स। उसदे विच इक्को ही कमजोरी है कि वह क्लास दे विच नियमित नहीं आउंदा ते वह टेस्ट अते एग्जाम दे विच ही अपनी शक्ल दिखाता है। अगे उसके इनू करैक्टर नूं पढ़न दे नाल असीं की सोचते हैं कि वह की विश्वास रखता है। करैक्टर 'च ये गल लिखनी बहुत जरूरी होंदी है कि साडा जिहड़ा पात्र है सोचता किस तरह। ही डज नॉट बिलीव इन, वो ये विश्वास नहीं रखता, उसका ये विश्वास नहीं है रेगुलरिटी रेगुलेट्स योर लाइफ। नियमित रूप दे नाल काम करन दे नाल तुहाडी जिंदगी विच एक रेगुलरिटी आ जाती है। डिसिपलिन इज़ द ब्लड ऑफ लाइफ। अनुशासन जिंदगी दे विच जिस तरह एक बंदे च खून हुंदा है, इस तरह जीवन दे लई जिहड़ा अनुशासन है खून की तरह ही है। बहुत इंपॉर्टेंट कहना चाहता। पंक्चुअलिटी पेज प्रोग्रेस इन लाइफ। तो नियमित होना जिंदगी दे विच सानू प्रोग्रेस वल प्रगति वल अगे लैके जाता है। पंक्चुअलिटी पेव्स प्रोग्रेस इन लाइफ। लाइफ फेवर्स द डिसिप्लिन्ड, डिवोटेड एंड पंक्चुअल। जीवन उन्हां दी तरफदारी करता है जिहड़े लोग अनुशासित होंदे हन अते अपने टीचे दे विच बहुत खुबे हुए होंदे हन, डिवोटेड होंदे हन। लाइफ विल टीच यू इफ योर स्कूल कैन नॉट टीच यू। जीवन तुहानू सिखा देगा। जीवन बहुत सख्त है, सख्ती का ना ही जीवन है। जीवन तुहानू सिखा देगा जेकर तुसी स्कूल तो नहीं सीख सकते। जे तुहाडे टीचर की गल नूं तुसी नहीं सुनते और नहीं सीखते हो, उन्हां दी एडवाइस ते एक्ट अपॉन नहीं करते, तो जीवन तुहानू सिखा देगा। वो अपने सिलेबस नूं पिक एंड चूज नाल पढ़दा सी। कुछ क्वेश्चन इंपॉर्टेंट पढ़ ले, कुछ नहीं पढ़ ले, एग्जाम के नज़दीक थोड़ी बहुत मेहनत कर ली। इस वास्ते एक छोटा जिहा वाक लिखा है और बहुत ही अच्छा है। शॉर्टकट इज़ सुइसाइडल। जीवन च बच्चिओ किते भी तुसी शॉर्टकट अपनाते हो वो आत्मघात वांग है, आत्म हत्या के समान है। शॉर्टकट इज़ सुइसाइडल। बच्चों, इस पैरे दे विच मैं ये वर्णन किया है कि किस किस चीज़ की साडे करैक्टर विच घाट है। ठीक है। और भाषा का मैं ध्यान रखा कि बहुत ही सरल होए, लंबे लंबे सेंटेंस ना होण ते तुहानू मुश्किल ना आए याद करन च। तुसी बहुत जल्दी याद कर लो, आसानी नाल याद कर लो। ही सेज टू हर इज़ ह्यूमन, टू फॉरगिव इज़ डिवाइन। वो खुद ही कहता है कि गलती करन आदमी की फितरत है और माफ़ करना रब की शक्ति है। जी, आदमी गलती का पुतला है। इस वाक का मतलब है आदमी गलती का पुतला है। लेकिन जे एक ही गलती बार बार दोहराई जाए फिर ही इज़ फुल ऑफ एरर्स, रिपीट्स दैम रेगुलरली। वो तो गलतियों के नाल भरिया होया है, एको गलती बार बार दोहराता है, रिपीट करता है। ही डज नॉट मेंड हिज वेज।
वो अपने आप को बदलना ही नहीं चाहता। ही इज़ डेफ टू द एडवाइस ऑफ टीचर्स एंड पेरेंट्स। ही इज़ डेफ टू द एडवाइसिस ऑफ टीचर्स एंड पेरेंट्स। वो अध्यापक ਅਤੇ माँ-बाप की सलाह तो बिल्कुल ही अनगोलिया है। वो डेफ है। डेफ का मतलब होता है बोला, सुनना ही नहीं की कह रहे हैं। मदर्स टेयर्स कैन नॉट चेंज हिज वेज। माँ के हंझू उसके जीवन को नहीं बदल सकते। माँ रो रो के भी एडवाइस करती है, बेनती करती है, लेकिन हम ना मानेंगे, हम ना बदलेंगे वाली गल है। इन हिज ओन वर्ड्स, आखिर दे विच जिहड़े शब्द वो बोलता है सुधा मूर्ति दे अगे, मैं इन बिन उही लिख दिते ने, और उस दे विच उसका पश्चाताप नज़र आता है। लेकिन इस वेले बहुत देर हो गई है बच्चों, जो देर हो जाती जिंदगी दे विच, आपां शुरू दे विच नहीं समय दा सही मूल्यांकन करते तो पश्चाताप ही होंदा है। इन हिज ओन वर्ड्स, आई एम लेट खमा, उसके अपने शब्दों में, मैं लेट लतीफ सी, आई एम नॉट रिस्पोंसिबल, मैं मेरे च उत्तरदाई की भावना नहीं सी, नॉट हैविंग डीप नॉलेज, मेरे को गहन अध्ययन नहीं सी, मेरे को गहन ज्ञान नहीं सी कंप्यूटर का, आई एम वेरी लेजी एंड गेट अप लेट, मैं बहुत सुस्त सी और मैं जल्दी नहीं उठता सी। बच्चों, इस तरह की आदत तुहानूं किते नहीं लैके जांदियां। सच हैबिट्स लीड यू नो वेयर। ऐसी आदतें आपको कहीं नहीं लेके जाएंगी। हसन इज़ ए लेसन फॉर अस। हसन साडे लिए एक पाठ है, मतलब सानू इस तरह के कपड़े करने चाहिए। आदतें, आदत जिनको बदलने की आदत नहीं, उन आदत को शमशान कहना चाहिए। और बुरियां आदतां कहते ने लत मारे मत, पंजाबी च कहते ने लत मारे मत, जिहड़ी माड़ी आदत हुंदी वो बंदे दी मत मार दिंदी है, अगे नहीं वधन दिंदी। हसन इज़ ए लेसन फॉर अस, वी फील पिटी फॉर हिम, नोबल हैबिट्स एंड नोबल्स हाईनेस। बढ़िया आदतें बहुत बढ़िया उच्चाई देती हैं। धन्यवाद। इस तो बाद असी जिहड़ा है सुधा मूर्ति के करैक्टर बारे पढ़ांगे। प्यारे बच्चों, जिवें कि तुहानूं पता है कि सुधा मूर्ति एक मन्ने परमन्ने लेखिका ने अते उस तो भी उच्चे अते बुलंद अध्यापक ने। सुधा मूर्ति के बारे मैं तुहानूं दस रहा। सुधा मूर्ति इज़ वेरी वेल नोन राइटर। सुधा मूर्ति एक विश्व प्रसिद्ध लेखिका है, बहुत मन्नी परमन्नी लेखिका है। शी इज़ फेमस राउंड द वर्ल्ड। वो दुनिया में बहुत प्रसिद्ध है। शी इज़ ए सोशल वर्कर। वह समाज सेविका है। शी इज़ ए वाइफ ऑफ द ओनर ऑफ इन्फोसिस, और इन्फोसिस दे मालक की वो पत्नी है। बट अबव ऑल, पर इन्हां सब तो उपर शी इज़ ए टीचर। वो एक अध्यापिका है। शी इज़ एन आइडल टीचर। वो एक आदर्श अध्यापिका है। टीचिंग इज़ हर फस्ट पैशन। उसका पहला पैशन जिहड़ा है वह अध्यापन है, पढ़ाना है। शी टीचेस कंप्यूटर इन ए कॉलेज ऑफ बेंगलोर। वो बेंगलोर दे एक कॉलेज कंप्यूटर की अध्यापिका है, प्रोफैसर ने। शी इज़ रिच लेडी। वो एक अमीर औरत है। बच्चों, अमीरत सिर्फ पैसे की नहीं होंगी। शी इज़ ए रिच लेडी, रिच इन वेल्थ, रिच इन वैल्यूज़, रिच इमोशनली एंड रिच मैंटली। उसकी अमीरियत किस किस पासे है? पैसे वाल, दौलत खूब है, वैल्यूज़ दे विचों रिच है, भावनात्मक रूप चो रिच है, प्यार हमदर्दी, इस दे विच शी इज़ वैरी रिच एंड रिच मैंटली। और सब तो वड्डी गल है
कि बौद्धिक रूप दे विच, दिमागी रूप दे विच वो बहुत धनाढ़ है, अमीर है। शी टीचस कंप्यूटर वैल्यूज़ एंड कल्चर। पढ़ाती की है? कंप्यूटर तो पढ़ाती है, उस दे नाल ही बच्चों दे विच संस्कृति भरती है, चंगे मूल्य भरती है, वैल्यूज़ एंड कल्चर। एज ए टीचर शी अटैचेस सैल्फ विद हर स्टूडेंट्स। सारे नालों वड्डी गल की है अध्यापक दे विच? अध्यापक सारे नालों वड्डी गल हुंदी है कि वो बच्चे दे नाल निजता जोड़ ले, वो ये समझे बच्चा मेरा है, माइन माइन माइन, और बच्चा माई शब्द इस्तेमाल करने च फख्र महसूस करे, माई टीचर, मेरा अध्यापक, मेरी अध्यापिका, इसनूं कहने सैल्फ। और असी सारे लैसन च देखा है कि वो अपने विद्यार्थियों नाल सैल्फ अटैच कर लेंदी। एज ए टीचर शी अटैचेज सैल्फ विद हर स्टूडेंट्स और शी इज़ ए सोल्यूशन टू देयर प्रॉब्लम्स। उन्हां दी समस्यावां दा हल है। ए काइंड सिंपैथेटिक ह्यूमन हार्ट बीट्स अंडर हर चेस्ट। उस दे सीने विच एक हमदर्दी भरिया, मानवता का भरिया होया दिल धड़कता है। देखो इस वाक की खूबसूरती, काइंड सिंपैथेटिक ह्यूमन हार्ट। शी इज सिंपल एंड मदरली लेडी। वो सादा है और उसके व्यक्तित्व च माँ वाले सारे गुण हैं। मदरली लेडी, वो हसन नूं अपनी माँ जिद्दां एक माँ बच्चे नूं समझाती है उदा समझाती है, उसते दया भी माँ वर्गी कर देती है। शी इज़ ए सिंपल एंड मदरली लेडी। हर वार उसके जिहड़े लैक्चर्स ने उन्होंने शी कंडोन्स द लेक्चर ऑफ हसन। ये बहुत वड्डी गल है। कॉलेज दे विच एक बारी दो बारी हर बार जदों आंदा सी, और मैडम नूं ये पता सी ही कम्स विद सिली एक्सक्यूज़िस। शी फर्मली बिलीव्स। बेटे ये जिहड़ा अगे आने वाले जिहड़े पैरे ने वो मैं हसन के करैक्टर चों ही चक ले, क्योंकि जो हसन जिहड़े जिहड़े मुद्दों ते जिहड़े जिहड़े विचारां ते हसन पैरा नहीं दिंदा सी, उस उहदा मूर्ति की गुड़ती सन। शी फर्मली बिलीव्स, वो विश्वास करती है। रेगुलरिटी रेगुलेट्स योर लाइफ, पंक्चुअलिटी पेव्स योर पाथ टू प्रोग्रेस। रेगुलरिटी तुहाडे जीवन नूं अगां तोरदी है। नियमित रूप च रहना तुहाडे प्रगति दे पाथ नूं अगे लैके जांदा है। प्रगति पथ नूं अगे तुहानूं वधांदा है। पंक्चुअलिटी, पंक्चुअलिटी मीनस नियमित रूप से काम करना। पंक्चुअलिटी पेव्स योर पाथ टू प्रोग्रेस। लाइफ फेवर्स द डिसिप्लिन्ड, devoted and punctual. She wants all these qualities in her student हसन। वो चाहती है कि ये क्वालिटीज़ हसन च होण। सो ये पूरा जिहड़ा है पैरा मैं हसन दे करैक्टर का ही इधर लिख दिता है। और ये आपो च एक दूजे का जिहड़ा है मैटीरियल तुहानूं एडजस्ट करन दी सूझ और समझ होनी चाहिए बच्चों। हर राइटिंग इज़ ए मिरर ऑफ हर परसनैलिटी। उस दी लिखत ओ दे विच उस दी परसनैलिटी झलकदी है। मिरर है, जिद्दां मिरर चो एक बंदे की पूरी शक्ल नज़र आ जाती है, तो लेखिका जिहड़ी है सुधा मूर्ति दी लिखत दे विच उहदा पूरा का पूरा व्यक्तित्व झलकदा है। शी राइट्स टू अर्न इज़ ह्यूमन, टू फॉरगिव इज़ डिवाइन। बहुत अच्छिया लाइनां ने, सारी दियाँ सारियां तुहानूं जीवन च उतारनियां भी चाहिए ने, याद भी करनियां चाहिए, तो पेपर च लिखनियां भी चाहिए। टू अर्न इज़ ह्यूमन, टू फॉरगिव इज़ डिवाइन। गलत आदमी
ਗਲਤੀ ਦਾ ਪੁਤਲਾ ਹੈ। ਐਕਸਲੈਂਸ ਕਮਜ਼ ਬਾਏ ਪ੍ਰੈਕਟਿਸ ਓਨਲੀ। ਕਹਿੰਦੇ ਨੇ ਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਤੇ ਕੀ ਹੁੰਦਾ, ਤੁਸੀਂ ਪਰਫੈਕਟ ਹੋ ਜਾਂਦੇ ਹੋ। ਉਹ ਕੰਮ ਤੁਹਾਨੂੰ ਆਸਾਨ ਲੱਗਣਾ ਸ਼ੁਰੂ ਹੋ ਜਾਂਦਾ, ਉਹ ਕੰਮ ਤੁਹਾਨੂੰ ਆਉਣਾ ਸ਼ੁਰੂ ਹੋ ਜਾਂਦਾ। ਠੀਕ ਹੈ। ਦੇਅਰ ਇਜ਼ ਆਲਵੇਜ਼ ਸਟਾਰਟ ਐਂਡ ਐਟ ਐਨੀ ਏਜ। ਜੀਵਨ ਦੇ ਵਿੱਚ ਕਦੇ ਵੀ ਦੇਰੀ ਨਹੀਂ, ਜਦੋਂ ਮਰਜ਼ੀ ਚੰਗਾ ਕੰਮ ਆਰੰਭ ਕਰ ਦਿਓ, ਇਹਦਾ ਇਹ ਮਤਲਬ ਹੈ। ਦੇਅਰ ਇਜ਼ ਆਲਵੇਜ਼ ਏ ਸਟਾਰਟ ਐਟ ਐਨੀ ਏਜ। ਲਾਈਫ ਇਜ਼ ਏ ਗ੍ਰੇਟ ਗੁਰੂ ਏ ਸਕੂਲ। ਉਹ ਜੀਵਨ ਵੀ ਇੱਕ ਬਹੁਤ ਵੱਡਾ ਗੁਰੂ ਹੈ, ਇੱਕ ਸਕੂਲ ਹੈ। ਉਸ ਤੋਂ ਅਸੀਂ ਸਾਰੀ ਜ਼ਿੰਦਗੀ ਸਿੱਖਦੇ ਹਾਂ। ਓਨਲੀ ਲਾਈਫ ਟੀਚਰਸ ਅਸ। ਜੀਵਨ ਹੀ ਸਾਨੂੰ ਸਭ ਕੁਝ ਸਿਖਾਉਂਦਾ ਹੈ। ਅਖੀਰ ਦੇ ਵਿੱਚ ਸੁਧਾ ਇਜ਼ ਅ ਟੀਚਰ ਇੰਚ ਐਂਡ ਇੰਚ। ਸੁਧਾ ਮੂਰਤੀ ਇੰਚ ਇੱਕ ਅਧਿਆਪਿਕਾ ਹੈ। ਐਵਰੀ ਟੀਚਰ ਸ਼ੁੱਡ ਬੀ ਲਾਈਕ ਯੂ, ਸੇਜ ਹਸਨ ਰਾਈਟਲੀ। ਹਸਨ ਵੀ ਸਹੀ ਕਹਿੰਦਾ ਹੈ ਕਿ ਮੈਮ ਸਾਰੇ ਅਧਿਆਪਕ ਤੁਹਾਡੇ ਵਰਗੇ ਹੀ ਹੋਣੇ ਚਾਹੀਦੇ ਹੈ। ਆਖਰੀ ਸ਼ਬਦ, ਆਖਰੀ ਵਾਕ, ਹੈਟ ਆਫ ਟੂ ਸੱਚ ਏ ਵੰਡਰਫੁਲ ਲੇਡੀ, ਹੈਟ ਆਫ ਟੂ ਸੱਚ ਏ ਵੰਡਰਫੁਲ ਟੀਚਰ। ਸਾਡਾ ਸਿਰ ਸ਼ਰਧਾ ਨਾਲ ਨਮਨ ਕਰਦਾ ਹੈ, ਸ਼ਰਧਾ ਨਾਲ ਝੁਕ ਜਾਂਦਾ ਹੈ ਇਸ ਤਰ੍ਹਾਂ ਦੀ ਔਰਤ ਦੇ ਅੱਗੇ, ਇਸ ਤਰ੍ਹਾਂ ਦੀ ਕਿਸ਼ਮਾਈ ਔਰਤ ਦੇ ਅੱਗੇ, ਅਧਿਆਪਿਕਾ ਦੇ ਅੱਗੇ। ਥੈਂਕ ਯੂ ਵੈਰੀ ਮੱਚ। ਅਤੇ ਬੱਚਿਓ, ਜਿਹੜਾ ਮੇਨ ਆਈਡੀਆ ਹੈ, ਜੇ ਆਪਾਂ ਧਿਆਨ ਨਾਲ ਪੜ੍ਹੀਏ, ਸੁਧਾ ਮੂਰਤੀ ਅਤੇ ਹਸਨ ਦੇ ਕਰੈਕਟਰ ਅਸੀਂ ਜਿਹੜਾ ਕੀਤਾ ਹੈ, ਜੇ ਉਸ ਦੇ ਵਿੱਚੋਂ ਹੀ ਅਸੀਂ ਮਟੀਰੀਅਲ ਨੂੰ ਐਡਜਸਟ ਕਰ ਲਈਏ ਅਤੇ ਇਹ ਜਿਹੜਾ ਹੈ ਮੇਨ ਆਈਡੀਆਜ਼ ਆਪਾਂ ਇਹਦੇ ਵਿੱਚੋਂ ਹੀ ਚੱਕ ਸਕਦੇ ਹਾਂ। ਠੀਕ ਹੈ। ਸੋ ਮੈਂ ਤੁਹਾਨੂੰ ਇੱਕ ਪ੍ਰੋਜੈਕਟ ਦੇਣਾ ਹੈ ਜਿਹੜਾ ਤੁਸੀਂ ਕਰਨਾ। ਤੁਸੀਂ ਆਪਣੀ ਕਲਾਸ ਦੇ ਉਸ ਬੱਚੇ ਨੂੰ ਚਿੰਨ੍ਹਿਤ ਕਰਨਾ ਹੈ, ਚੁਣਨਾ ਹੈ ਜਿਹੜਾ ਸਕੂਲ ਵਿੱਚ ਘੱਟ ਤੋਂ ਘੱਟ ਆਉਂਦਾ ਹੈ, ਅਤੇ ਉਸ ਦੇ ਬਾਰੇ 'ਚ ਲਿਖਣਾ ਹੈ ਉਹ ਕਲਾਸ 'ਚ ਕਿਸ ਤਰ੍ਹਾਂ ਦਾ ਪਰਫੋਰਮ ਕਰਦਾ ਹੈ, ਗੇਮ 'ਚ ਕਿਸ ਤਰ੍ਹਾਂ ਦਾ ਪਰਫੋਰਮ ਕਰਦਾ ਹੈ, ਕੋ ਕਰਿਕੂਲਰ ਐਕਟੀਵਿਟੀ 'ਚ ਕਿਸ ਤਰ੍ਹਾਂ ਦਾ ਪਰਫੋਰਮ ਕਰਦਾ ਹੈ, ਅਧਿਆਪਕ ਦਾ ਉਸ ਦੇ ਨਾਲ ਕੀ ਵਤੀਰਾ ਹੈ। ਅਤੇ ਜੇ ਹੋ ਸਕੇ ਤਾਂ ਤੁਸੀਂ ਉਸ 'ਤੇ ਕੁਝ ਸਮਾਂ ਕੱਢ ਕੇ ਉਸ ਦੀ ਇਸ ਆਦਤ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਹੈ। ਇਹ ਬੱਚਿਓ ਮੈਂ ਤੁਹਾਨੂੰ ਪ੍ਰੋਜੈਕਟ ਦੇ ਰਿਹਾ ਔਰ ਬਹੁਤ ਵਧੀਆ ਪ੍ਰੋਜੈਕਟ ਹੈ। ਇਹ ਤਾਂ ਸਾਡਾ ਇੱਕ ਸਮਾਜਿਕ ਉੱਤਰਦਾਈ ਵੀ ਬਣਦਾ ਹੈ ਇਸ ਤਰ੍ਹਾਂ ਦੀ ਲਿਖਤ ਪੜ੍ਹਨ ਤੋਂ ਬਾਅਦ, ਕਿ ਅਸੀਂ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਬੰਦੇ ਨੂੰ ਹਸਨ ਵਾਂਗ ਅੰਤ ਦੇ ਵਿੱਚ ਪਛਤਾਪ ਨਾ ਕਰਨਾ ਪਏ, ਇਸ ਲਈ ਉਸ 'ਚ ਸੁਧਾਰ ਕਰ ਸਕੀਏ। ਥੈਂਕ ਯੂ ਵੈਰੀ ਮੱਚ। ਧੰਨਵਾਦ।